चाहे दिल्ली इस्लामाबाद ते सुट्टे, चाहे इस्लामाबाद दिल्ली ते सुट्टे बम। ते जयशंकर जी उरे बैठे भोलियां भोलियां गल्लां कर रहे हैं, तुसी ते मैं किवें बना लांगे इहो जे बम। ਜਿਹੜਾ ਖਤਰਾ ਹੈ ਉਹ ਇੱਕ ਬੰਦਾ ਤਾਂ ਨਿਊਕਲੀਅਰ ਬੰਬ ਪੈਦਾ ਹੀ ਨਹੀਂ ਕਰ ਸਕਦਾ। ਇਹਨਾਂ ਦਾ ਖਤਰਾ ਪੰਜਾਬ ਦੇ ਉੱਤੇ ਸਭ ਤੋਂ ਜ਼ਿਆਦਾ ਹੈ ਤੇ ਆਪਾਂ ਨੂੰ ਇਸ ਪੱਖੋਂ ਇਹ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਸਾਡਾ ਉਰੇ ਥ੍ਰੈਟ ਪਰਸੈਪਸ਼ਨ ਘਟਾਓ। ਤਾਂ ਲੱਗਦਾ ਕਿ ਇਹ ਟੈਰਰ ਕ੍ਰੀਏਟ ਕਰਕੇ ਉਹ ਇਦਾਂ ਹੀ ਪੰਜਾਬ ਨੂੰ ਡਿਸਟਰਬ ਰੱਖਣਾ ਚਾਹੁੰਦੇ। ਬਾਰ-ਬਾਰ ਇਹ ਆਪਣੇ ਵੋਟਾਂ ਵਾਸਤੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਰਕੇ, ਜੰਗਾਂ ਦੀਆਂ ਐਲਾਨ ਕਰਕੇ, ਮਾਰ ਦਾਂਗੇ ਵੱਢ ਦਾਂਗੇ, ਉਹਦੇ ਨਾਲ ਮਾਹੌਲ ਖਰਾਬ ਕਰ ਰਹੇ ਆ। ਲੱਗਦਾ ਕਿ ਪੰਜਾਬ ਨੂੰ ਕਮਜ਼ੋਰ ਤੇ ਬਾਕੀ ਸਟੇਟਾਂ ਦਾ ਫਾਇਦਾ। ਬਿਲਕੁਲ ਐਂ ਹੋ ਰਿਹਾ ਜੀ। ਜਿਹੜੀ ਤੁਸੀਂ ਮਸ਼ੀਨਰੀ ਐਗਰੀਕਲਚਰ ਬਣਾਉਂਦੇ ਹੋ ਉਰੇ, ਉਹ ਚੱਕ ਕੇ ਟਰੱਕਾਂ ਤੇ ਲੱਦ ਕੇ ਗੁਜਰਾਤ ਤੇ ਗੋਦਾਨਾਂ 'ਚ ਰੱਖ ਕੇ ਉਹਨਾਂ ਦੀਆਂ ਕਿਸ਼ਤੀਆਂ ਤੇ ਚੜਾ ਕੇ ਗੁਜਰਾਤੀ ਦੇ ਗੋਦਾਮ ਦੁਬਈ 'ਚ ਪਾ ਕੇ, ਇੱਕ ਕਿਸ਼ਤੀ ਤੇ ਪਾ ਕੇ ਕਰਾਚੀ ਤੁਸੀਂ ਭੇਜ ਰਹੇ ਹੋ। ਉੱਥੋਂ ਸਿੰਧੀ ਭਰਾ ਚੱਕ ਕੇ ਪੰਜਾਬ ਦੇ ਦੂਜੇ ਪਾਸੇ ਲੈ ਕੇ ਆ ਰਿਹਾ ਹੈ। ਹੁਣ ਪੈਸਾ ਕਿਹਦਾ ਬਣਦਾ ਹੈ? ਇਹ ਪੈਸਾ ਤਾਂ ਉਹਨਾਂ ਦਾ ਬਣਦਾ ਹੈ ਜਿਹੜੇ ਟ੍ਰੇਡਿੰਗ ਕਰ ਰਹੇ ਹੈ, ਜਿਨ੍ਹਾਂ ਨੇ ਬਣਾਇਆ, ਜਿਨ੍ਹਾਂ ਦੀ ਸੇਲ ਹੋਣੀ ਹੈ। ਉਹ 200 ਕਿਲੋਮੀਟਰ ਦੂਰ ਬਾਰਡਰ ਹੈ ਸਾਰੇ ਕਿਤੇ, ਉੱਥੇ ਜਾ ਕੇ ਸਿੱਧਾ ਪਾਰ ਕਰਕੇ ਆਪਣਾ ਸਮਾਨ ਵੇਚ ਸਕਣ। ਪਾਕਿਸਤਾਨ ਦਾ ਸੀਮੈਂਟ ਸਸਤਾ ਤੇ ਵਧੀਆ ਹੈ। ਉੱਥੋਂ ਜਦ ਸੀਮੈਂਟ ਆਉਂਦਾ ਸੀ 250 ਰੁਪਏ ਦਾ ਥੈਲਾ ਹੁੰਦਾ ਸੀਗਾ, ਅੱਜ 400 ਦਾ ਹੋਇਆ। ਕਿਹੜਾ ਗਰੀਬ ਮਕਾਨ ਬਣਾ ਲੂਗਾ? ਲੱਗਦਾ ਕਿ ਪੰਜਾਬ ਦੇ ਲਈ ਦੋਹਾਂ ਪਾਸਿਓਂ ਮਾਰ ਹੈ ਇਸ ਵਿੱਚ। ਪਾਕਿਸਤਾਨ ਟੈਕਟੀਕਲ ਵੈਪਨ ਸੁੱਟੇ, ਉਹ ਵੀ ਪੰਜਾਬ ਦੇ ਵਿੱਚ ਹੀ ਹੋਣਾ ਹੈ। ਚਾਹੇ ਇੰਡੀਆ ਜਾਂ ਪਾਕਿਸਤਾਨ ਇੱਕ ਦੂਜੇ ਦੇ ਉੱਤੇ ਵੱਡੇ ਬੰਬ ਸੁੱਟਣ, ਉਹਦਾ ਵੀ ਹਵਾ ਰਾਹੀਂ, ਵੈਸਟਰਨ ਡਿਸਟਰਬੈਂਸਿਸ ਰਾਹੀਂ, ਮੌਨਸੂਨ ਦੀਆਂ ਹਵਾਵਾਂ ਰਾਹੀਂ ਇੱਥੇ ਆ ਕੇ ਪ੍ਰਦੂਸ਼ਣ ਸਾਰਾ ਡਿੱਗਣਾ ਹੈ। ਜਿਹੜੀ ਭਗਤ ਸਿੰਘ ਵਾਲੀ ਟਿੱਪਣੀ ਆ ਉਹਨੂੰ ਲੈ ਕੇ ਵੀ ਇਹੀ ਸਵਾਲ ਕਹਿੰਦੇ ਕਿ ਜਾਣਬੁੱਝ ਕੇ ਕੀਤੀ ਜਾ ਰਹੀ ਕਿ ਲੋਕਾਂ ਦੀ ਅਟਰੈਕਸ਼ਨ ਆਪਣੇ ਵੱਲ ਕੀਤੀ ਜਾਵੇ। ਪੰਜਾਬ ਦੀ ਜ਼ਮੀਨ ਨੂੰ ਉਪਜਾਊ ਰੱਖਣ ਦੀ ਗੱਲ ਕਰ ਰਹੇ ਹੋ ਕਿ ਇਦਾਂ ਦਾ ਅਟੈਕ ਹੋ ਜਾਣ ਤਾਂ ਉਹਦੇ ਨਾਲ ਨੁਕਸਾਨ ਹੋਊਗਾ, ਪੰਜਾਬ ਦੀ ਜ਼ਮੀਨ ਜ਼ਰਖੀਜ਼ ਜਿਹੜੀ ਹੈਗੀ ਨੁਕਸਾਨ ਹੋ ਜਾਊਗਾ ਉਹਦਾ। ਪਰ ਦੂਜੇ ਪਾਸੇ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਕਿ 125 ਏਕੜ ਜ਼ਮੀਨ ਨੱਪੀ ਪਈ ਆ ਤੁਸੀਂ ਪੰਜਾਬ ਦੀ। ਉਹ ਇਲਜ਼ਾਮ ਜਦੋਂ ਲੱਗਦੇ ਨੇ ਇਦਾਂ ਦੇ, ਇਹਨਾਂ ਇਲਜ਼ਾਮਾਂ ਦਾ ਕਿਸ ਤਰੀਕੇ ਨਾਲ ਤੁਸੀਂ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਰਮਾਣੂ ਹਥਿਆਰਾਂ ਦਾ ਨੁਕਸਾਨ ਕਿੰਨਾ ਹੈਗਾ, ਇਸ ਬਾਬਤ ਪਹਿਲਾਂ ਵੀ ਵੱਡੇ ਪੱਧਰ ਤੇ ਜੀਓਪੋਲਿਟਿਕਸ ਚਰਚਾ ਕਰਦੀ ਰਹੀ ਹੈ। ਜਦੋਂ ਅਸੀਂ ਦੋ ਮੁਲਕਾਂ ਵੱਡੇ ਪਾਵਰਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਅਮਰੀਕਾ ਵੀ ਕਹਿੰਦਾ ਕਿ ਸਾਡੇ ਕੋਲ ਵੱਡੇ ਹਥਿਆਰ ਹੈਗੇ ਨੇ, ਉੱਤਰੀ ਕੋਰੀਆ ਵੀ ਕਹਿੰਦਾ ਸਾਡੇ ਕੋਲ ਬਹੁਤ ਵੱਡੇ ਹਥਿਆਰ ਨੇ। ਤੇ ਹੁਣ ਕਿਉਂਕਿ ਇਸ ਵੇਲੇ ਮੌਨਸੂਨ ਸੈਸ਼ਨ ਚੱਲ ਰਿਹਾ ਤੇ ਉਹਦੇ ਵਿੱਚ ਵੀ ਪਰਮਾਣੂ ਹਥਿਆਰਾਂ ਨੂੰ ਲੈ ਕੇ ਇੱਕ ਬਿੱਲ ਤੇ ਚਰਚਾ ਛਿੜੀ ਹੈ। ਬਿੱਲ ਤੇ ਚਰਚਾ ਜਿਸ ਤਰੀਕੇ ਦੀ ਹੋ ਰਹੀ ਹੈ ਉਸ ਨੂੰ ਲੈ ਕੇ ਇਮਾਨ ਸਿੰਘ ਮਾਨ ਨੇ ਵੱਡੇ ਸਵਾਲ ਖੜੇ ਕੀਤੇ ਨੇ। ਕਹਿੰਦੇ ਕਿ ਜੇ ਇਸ ਮੁਤਲਕ ਕੋਈ ਚਰਚਾ ਛਿੜੀ ਤਾਂ ਨੁਕਸਾਨ ਸਭ ਤੋਂ ਪਹਿਲਾਂ ਪੰਜਾਬ ਦਾ। ਮਾਨ ਸਾਹਿਬ, ਇਹ ਜਿਹੜਾ ਨੁਕਸਾਨ ਪੰਜਾਬ ਦਾ ਹੈਗਾ, ਬੜੀ ਚਰਚਾ ਪਹਿਲਾਂ ਵੀ ਰਹੀ ਹੈ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ ਕਿ ਜਿੱਧਰ ਵੀ ਚੱਲੂਗਾ ਕੰਮ ਤਾਂ ਨੁਕਸਾਨ ਹੋਊਗਾ, ਮਨੁੱਖਤਾ ਦਾ ਨੁਕਸਾਨ ਹੋਊਗਾ, ਇਨਸਾਨੀਅਤ ਦਾ ਨੁਕਸਾਨ ਹੋਊਗਾ। ਜਿਹੜੀ ਹੁਣ ਸਦਨ ਦੇ ਅੰਦਰ ਗੱਲ ਚੱਲੀ ਹੈ, ਇਸ ਨੂੰ ਤੁਹਾਡੀ ਪਾਰਟੀ ਕਿਸ ਨਜ਼ਰੀਏ ਨਾਲ ਦੇਖ ਰਹੀ ਹੈ? ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੋਨੋਂ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਬੈਠਾ ਹੈ। ਚਾਹੇ ਦਿੱਲੀ ਇਸਲਾਮਾਬਾਦ ਤੇ ਸੁੱਟੇ, ਚਾਹੇ ਇਸਲਾਮਾਬਾਦ ਦਿੱਲੀ ਤੇ ਸੁੱਟੇ ਬੰਬ, ਇਹਦੀ ਪ੍ਰਦੂਸ਼ਣ ਦਾ ਜਿਹੜਾ ਅਸਰ ਸਾਡੇ ਪੰਜਾਬ ਤੇ ਪੈਣਾ ਹੈ, ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਹੈ ਉਹਨਾਂ 'ਚ ਨੁਕਸ ਪੈ ਜਾਊਗਾ, ਜੰਮਪਾਲ 'ਚ। ਅਸੀਂ ਸਮਝਦੇ ਹਾਂ ਕਿ ਜਿੱਥੇ ਜੈਸ਼ੰਕਰ ਜੀ ਨੇ ਅੱਜ ਵੈਪਨਸ ਆਫ ਮੈਸ ਡਿਸਟਰਕਸ਼ਨ, ਜਿਹੜੀਆਂ ਇੰਡੀਵਿਜੂਅਲ ਲੋਕ ਇਹਨੂੰ ਫਾਈਨੈਂਸ ਕਰਦੇ ਹੈ ਜਾਂ ਇਹਨੂੰ ਵਰਤਦੇ ਹੈ, ਉਹਦੇ ਉੱਤੇ ਬਿੱਲ ਪਾਸ ਕਰਾਉਣ ਦਾ ਉਹਨਾਂ ਨੇ ਕ੍ਰੈਡਿਟ ਲਿੱਤਾ ਹੈ। ਐਕਸਟਰਨਲ ਅਫੇਅਰਸ ਮਿਨਿਸਟਰ ਦਾ ਕੰਮ ਹੈਗਾ ਕਿ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ, ਨਿਊਯਾਰਕ ਦੇ ਵਿੱਚ ਇਹ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਔਰ ਟ੍ਰੀਟੀ ਟੂ ਬੈਨ ਨਿਊਕਲੀਅਰ ਵੈਪਨਸ, ਉਹਦੇ ਉੱਤੇ ਕੰਮ ਕਰਨ। ਕਿਉਂ? ਕਿਉਂਕਿ ਇਹੋ ਜਿਹੇ ਜਿਹੜੇ ਬੰਬ ਹੈ, ਇਹੋ ਜਿਹੇ ਵੈਪਨਸ ਹੈ, ਉਹ ਇੱਕ ਇੰਡੀਵਿਜੂਅਲ ਨਹੀਂ ਬਣਾ ਸਕਦਾ। ਇਹ ਸਿਰਫ ਤੇ ਸਿਰਫ ਅੱਜ ਤੱਕ ਸਟੇਟਸ ਨਹੀਂ ਬਣਾਏ ਹੈ, ਚਾਹੇ ਰਸ਼ੀਆ ਹੈ, ਚਾਈਨਾ ਹੈ, ਯੂਕੇ ਹੈ, ਅਮਰੀਕਾ ਹੈਗਾ, ਇੰਡੀਆ ਹੈਗਾ, ਪਾਕਿਸਤਾਨ। ਇਹ ਸਟੇਟ ਲੈਵਲ ਦੇ ਕੰਮ ਹੈ। ਤੇ ਜੈਸ਼ੰਕਰ ਜੀ ਉਰੇ ਬੈਠੇ ਭੋਲੀਆਂ ਭੋਲੀਆਂ ਗੱਲਾਂ ਕਰ ਰਹੇ ਹੈ, ਤੁਸੀਂ ਤੇ ਮੈਂ ਕਿਵੇਂ ਬਣਾ ਲਾਂਗੇ ਇਹੋ ਜਿਹੇ ਬੰਬ। ਇਹ ਤਾਂ ਜਿਹੜਾ ਪੰਜਾਬ ਦੇ ਉੱਤੇ ਨਿਊਕਲੀਅਰ ਬੰਬ ਦੀ ਟੈਰਰਿਜ਼ਮ ਆ ਰਹੀ ਹੈ, ਇਹ ਤਾਂ ਸਟੇਟਸ ਰਾਹੀਂ ਕੀਤੀ ਜਾ ਰਹੀ ਹੈ। ਇੰਡੀਆ ਕਰ ਰਿਹਾ, ਪਾਕਿਸਤਾਨ ਕਰ ਰਿਹਾ, ਚਾਈਨਾ ਕਰ ਰਿਹਾ ਹੈ। ਔਰ ਸਾਡੇ ਐਕਸਟਰਨਲ ਅਫੇਅਰਸ ਮਿਨਿਸਟਰ ਦਾ ਕੰਮ ਹੀ ਇਹ ਹੈ ਕਿ ਉੱਥੇ ਜਾ ਕੇ ਇਹ ਟੈਨਸ਼ਨਸ ਘਟਾਏ, ਆਪਣੇ ਨਿਊਕਲੀਅਰ ਗਾਰੰਟੀਜ਼ ਇੱਕ ਦੂਜੇ ਨਾਲ ਲੈ ਕੇ ਇਹ ਸਟਾਕਪਾਈਲ ਨਿਊਕਲੀਅਰ ਵੈਪਨਸ ਦਾ ਖਤਮ ਕਰੇ, ਉੱਥੇ ਅਮਨ ਸ਼ਾਂਤ ਦੇ ਨਾਲ ਵਪਾਰ ਵਧਾਏ। ਇਹ ਕੰਮ ਉਹਦੇ ਹੈਗੇ ਆ। ਰਾਜ ਸਭਾ 'ਚ ਬੈਠ ਕੇ
ਮੈਨੂੰ ਦੱਸੋ WMD ਟ੍ਰੀਟੀ ਅਧੀਨ ਕਿਹਦੇ ਉੱਤੇ ਕੋਈ ਚਾਰਜ ਲਾਇਆ ਵੀ ਅੱਜ ਤਾਈਂ 2005 ਦੀ ਲਾਗੂ ਹੈ। ਤੁਸੀਂ ਇਸ ਬਾਬਤ ਕੋਈ ਵੇਰਵੇ ਮੰਗੇ ਉਹਨਾਂ ਤੋਂ ਕਿ ਚਾਰਜ ਲਾਇਆ ਅਧਿਕਾਰਕ ਤੌਰ ਤੇ, ਕਿਉਂਕਿ ਤੁਸੀਂ ਗੱਲਾਂ ਪ੍ਰੈਸ ਦੇ ਵਿੱਚ ਕਰ ਰਹੇ ਹੋ, ਇਹਦੇ ਬਾਬਤ ਕੋਈ ਉਹਨਾਂ ਨੂੰ ਵੀ ਕਿਹਾ ਕਿ ਸਾਨੂੰ ਕੋਈ ਜਾਣਕਾਰੀ ਦਿੱਤੀ ਜਾਵੇ? ਇਹਦਾ ਅਸੀਂ ਪਾ ਦਾਂਗੇ RTI ਕਿ ਦੱਸੋ ਇਸ ਕੀ ਕਹਿੰਦੇ ਆ ਲਾਅ ਦੇ ਨਾਲ ਤੁਸੀਂ ਕਿਹੜੀ ਪ੍ਰੋਸੀਕਿਊਸ਼ਨ ਕੀਤੀ ਹੈ। ਇਸ ਵਕਤ ਇੱਕ ਬੜਾ ਅਹਿਮ ਸਵਾਲ ਹੈ, ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਨਿੱਜੀ ਲੋਕਾਂ ਦਾ ਵਿੱਚ ਸ਼ਮੂਲੀਅਤ, ਲੱਗਦਾ ਕਿ ਉਹੀ ਵੱਡੀ ਚੀਜ਼, ਇੱਕ ਵੱਡਾ ਕਾਰਨ ਨਿੱਜੀਕਰਨ ਹਰੇਕ ਚੀਜ਼ ਦਾ ਹੋ ਰਿਹਾ। ਇਸ ਵਪਾਰ ਦੇ ਵਿੱਚ ਵੀ ਕਿਤੇ ਨਾ ਕਿਤੇ ਨਿੱਜੀ ਹੱਥਾਂ ਨੂੰ ਦੇਣਾ ਜਾਂ ਨਿੱਜੀ ਹੱਥਾਂ ਨੂੰ ਪਾਉਣਾ, ਉਹ ਇੱਕ ਸਰਕਾਰ ਦੀ ਅਗਲੀ ਕਦਮ ਹੋ ਸਕਦਾ, ਅਗਲਾ ਪਹਿਲ ਹੋ ਸਕਦੀ। ਇਹ ਸਰਕਾਰਾਂ ਦਾ ਮੈਨੂੰ ਪਤਾ ਨਹੀਂ ਹੈਗਾ, ਪਰ ਇਹ ਜਿਹੜੇ ਲਾਜ਼ ਹੈ, ਜਿਹੜਾ ਖਤਰਾ ਹੈ ਉਹ ਇੱਕ ਬੰਦਾ ਤਾਂ ਨਿਊਕਲੀਅਰ ਬੰਬ ਪੈਦਾ ਹੀ ਨਹੀਂ ਕਰ ਸਕਦਾ। ਇਹ ਤਾਂ ਸਟੇਟ ਲੈਵਲ ਜਿਹੜੀ ਐਟੋਮਿਕ ਏਜੰਸੀ ਹੈ, ਹੋਰ ਹੈ, ਇਹਦੇ ਵਿੱਚ ਕਿਤੇ ਕੋਈ ਚੋਰੀ ਹੋ ਸਕਦੀ ਹੈ। ਉਹ ਸਿਕਿਉਰਿਟੀ ਇਸ਼ੂ ਹੈ, ਸਰਕਾਰਾਂ ਨੂੰ ਸਿਕਿਉਰਿਟੀ ਨਾਲ ਉਹ ਹੋਣ ਨਹੀਂ ਦੇਣਾ ਚਾਹੀਦਾ। ਉਹਦੇ ਉੱਤੇ ਕਿ ਤੁਸੀਂ ਕਾਨੂੰਨ ਬਣਾਤੇ, ਇਹ ਮਤਲਬ ਲੋ ਪ੍ਰੋਬੇਬਿਲਿਟੀ ਇਵੈਂਟਸ ਹੈਗੇ। ਹਾਈ ਪ੍ਰੋਬੇਬਿਲਿਟੀ ਖਤਰਾ ਨਿਊਕਲੀਅਰ ਬੰਬਾਂ ਦਾ ਹੈਗੇ ਹੈ ਸਟੇਟ ਲੈਵਲ ਕਾਰਜਕਾਰੀ ਜਿਹੜੀ ਹੁੰਦੀ ਹੈ, ਜਿਹੜੇ ਜਿਵੇਂ ਬ੍ਰਹਮਸ ਮਿਸਾਈਲ ਸੁੱਟਦਾ ਸੀ ਪਾਕਿਸਤਾਨ 'ਚ, ਜਿਹੜੇ ਹਵਾਈ ਜਹਾਜ਼ਾਂ ਨਾਲ ਹਮਲੇ ਕਰਤੇ ਸੀਗੇ, ਜਿਹੜਾ ਹੁਣ ਡਰੋਨ ਦਾ ਇਸ਼ੂ ਚੱਲ ਰਿਹਾ ਹੈਗਾ, ਇਹਦੇ ਨਾਲ ਥ੍ਰੈਟਸ ਵੱਧਦੇ ਹੈਗੇ ਹੈ। ਤੇ ਇਹ ਜਿਹੜੇ ਵੈਪਨਸ ਹੈ, ਇਹਨਾਂ ਦਾ ਖਤਰਾ ਪੰਜਾਬ ਦੇ ਉੱਤੇ ਸਭ ਤੋਂ ਜ਼ਿਆਦਾ ਹੈ। ਤੇ ਆਪਾਂ ਨੂੰ ਇਸ ਪੱਖੋਂ ਇਹ ਸਰਕਾਰਾਂ ਨੂੰ ਕਹਿਣਾ ਚਾਹੀਦਾ ਹੈ ਕਿ ਸਾਡਾ ਉਰੇ ਥ੍ਰੈਟ ਪਰਸੈਪਸ਼ਨ ਘਟਾਓ, ਇੱਥੇ ਅਮਨ ਤੇ ਸ਼ਾਂਤ ਬਣਾਓ, ਵਪਾਰ ਕਰੋ ਔਰ ਆਪਣਾ ਇਕਨੋਮਿਕ ਫਾਇਦਾ ਕਰੋ। ਤੁਸੀਂ ਆਪਣੇ ਪੋਸਟਰ ਤੇ ਵੀ ਲਿਖਿਆ ਮੇਕ ਟ੍ਰੇਡ ਨਾਟ ਟੈਰਰ। ਇਹ ਬੜੀ ਅਹਿਮ ਚੀਜ਼ ਆ, ਕਿਉਂਕਿ ਪੰਜਾਬ ਦਾ ਕਿਸਾਨ ਜੇ ਮਰ ਰਿਹਾ ਹੈਗਾ ਤਾਂ ਉਹੀ ਕਾਰਨ ਹੈ ਕਿ ਹੁਸੈਨੀਵਾਲਾ ਬਾਰਡਰ ਨਹੀਂ ਖੋਲ੍ਹਿਆ ਜਾ ਰਿਹਾ ਜਾਂ ਅਟਾਰੀ ਬਾਰਡਰ ਨਹੀਂ ਖੋਲ੍ਹਿਆ ਜਾ ਰਿਹਾ। ਤਾਂ ਲੱਗਦਾ ਕਿ ਇਹ ਟੈਰਰ ਕ੍ਰੀਏਟ ਕਰਕੇ ਉਹ ਇਦਾਂ ਹੀ ਪੰਜਾਬ ਨੂੰ ਡਿਸਟਰਬ ਰੱਖਣਾ ਚਾਹੁੰਦੇ। ਇਹ ਸਦੀਆਂ ਤੋਂ ਇਦਾਂ ਹੀ ਚੱਲ ਰਿਹਾ, ਪਰ ਅਸੀਂ ਪੰਜਾਬ ਦੀ ਸੋਚ ਇਸ ਦਿਸ਼ਾ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਗਵਾਂਢੀ ਨਾਲ ਬਣਾ ਕੇ ਰੱਖੋ, ਅਮਨ ਤੇ ਸ਼ਾਂਤ ਨਾਲ ਵਪਾਰ ਕਰਕੇ ਆਪਾਂ ਆਪਣਾ ਆਪ ਨੂੰ, ਦੇਸ਼ ਨੂੰ ਖੁਸ਼ਹਾਲ ਕਰੀਏ। ਇਹ ਬਾਰਡਰਾਂ ਖੁੱਲ੍ਹਣ ਨਾਲ ਇਕੱਲੇ ਪੰਜਾਬ ਦਾ ਫਾਇਦਾ ਨਹੀਂ ਹੋਣਾ, ਪੂਰੇ ਦੇਸ਼ ਦੀ GDP 1% ਨਾਲ ਵੱਧ ਸਕਦੀ ਹੈਗੀ ਹੈ। ਇਹਦੇ ਨਾਲ ਗਰੀਬਾਂ ਦਾ ਬਹੁਤ ਫਾਇਦਾ ਹੋਣਾ ਹੈਗਾ। ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਮੁੱਦੇ ਨੂੰ ਪੰਜਾਬ ਦੀ ਕੌਨਸ਼ੀਅਸਨੈਸ 'ਤੇ ਲੈ ਕੇ ਆਉਣਾ ਕਿ ਇਹ ਬਹੁਤ ਸਾਡੇ ਨਾਲ ਧੱਕਾ ਹੋ ਰਿਹਾ ਹੈ। ਬਾਰ-ਬਾਰ ਇਹ ਆਪਣੇ ਵੋਟਾਂ ਵਾਸਤੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਰਕੇ, ਜੰਗਾਂ ਦੀਆਂ ਐਲਾਨ ਕਰਕੇ ਮਾਰ ਦਾਂਗੇ, ਵੱਢ ਦਾਂਗੇ, ਉਹਦੇ ਨਾਲ ਮਾਹੌਲ ਖਰਾਬ ਕਰ ਰਹੇ ਆ, ਜਦ ਕਿ ਸਾਨੂੰ ਵਪਾਰ ਰਾਹੀਂ ਆਪਣੀ ਆਰਥਿਕਤਾ ਚੱਕਣੀ ਚਾਹੀਦੀ ਹੈ। ਪੰਜਾਬ ਦੀ ਤੁਸੀਂ ਗੱਲ ਕੀਤੀ ਵਿੱਚ, ਕਿਉਂਕਿ ਕਹਿੰਦੇ ਟ੍ਰੇਡ ਇਧਰੋਂ ਬੰਦ ਕੀਤਾ ਹੋਇਆ ਤਾਂ ਟ੍ਰੇਡ ਦੂਸਰੇ ਪਾਸਿਓਂ ਤਾਂ ਹੋਣਾ ਹੀ ਆ, ਕਿਸੇ ਨਾ ਕਿਸੇ ਪਾਸਿਓਂ। ਉਹ ਪੋਰਟਾਂ ਦੇ ਜ਼ਰੀਏ ਹੋ ਰਿਹਾ, ਗੁਜਰਾਤ ਵਾਲੇ ਪਾਸਿਓਂ ਇਧਰੋਂ ਹੋ ਰਿਹਾ, ਉਧਰ ਕਰਾਚੀ ਵਾਲੇ ਪਾਸਿਓਂ ਪਾਕਿਸਤਾਨ ਤੋਂ ਹੋ ਰਿਹਾ, ਜਾਂ ਐਮੀਰੇਟਸ ਵਾਲੇ ਪਾਸਿਓਂ ਦੁਬਈ ਵਾਲੇ ਪਾਸਿਓਂ ਹੋ ਰਿਹਾ। ਲੱਗਦਾ ਕਿ ਪੰਜਾਬ ਨੂੰ ਕਮਜ਼ੋਰ ਤੇ ਬਾਕੀ ਸਟੇਟਾਂ ਦਾ ਫਾਇਦਾ ਹੋ ਰਿਹਾ। ਬਿਲਕੁਲ ਐਂ ਹੋ ਰਿਹਾ ਜੀ। ਜਿਹੜੀ ਤੁਸੀਂ ਮਸ਼ੀਨਰੀ ਐਗਰੀਕਲਚਰ ਬਣਾਉਂਦੇ ਹੋ ਉਰੇ, ਉਹ ਚੱਕ ਕੇ ਟਰੱਕਾਂ ਤੇ ਲੱਦ ਕੇ ਗੁਜਰਾਤ ਦੇ ਗੋਦਾਨਾਂ 'ਚ ਰੱਖ ਕੇ, ਉਹਨਾਂ ਦੀਆਂ ਕਿਸ਼ਤੀਆਂ ਤੇ ਚੜਾ ਕੇ, ਗੁਜਰਾਤੀ ਦੇ ਗੋਦਾਮ ਦੁਬਈ 'ਚ ਪਾ ਕੇ, ਇੱਕ ਕਿਸ਼ਤੀ ਤੇ ਪਾ ਕੇ ਕਰਾਚੀ ਤੁਸੀਂ ਭੇਜ ਰਹੇ ਹੋ। ਉੱਥੋਂ ਸਿੰਧੀ ਭਰਾ ਚੱਕ ਕੇ ਪੰਜਾਬ ਦੇ ਦੂਜੇ ਪਾਸੇ ਲੈ ਕੇ ਆ ਰਿਹਾ ਹੈ। ਹੁਣ ਪੈਸਾ ਕਿਹਦਾ ਬਣਦਾ? ਇਹ ਪੈਸਾ ਤਾਂ ਉਹਨਾਂ ਦਾ ਬਣਦਾ ਹੈ ਜਿਹੜੇ ਟ੍ਰੇਡਿੰਗ ਕਰ ਰਹੇ ਹੈ, ਜਿਨ੍ਹਾਂ ਨੇ ਬਣਾਇਆ ਹੈ, ਜਿਨ੍ਹਾਂ ਦੀ ਸੇਲ ਹੋਣੀ ਹੈ। ਉਹ 200 ਕਿਲੋਮੀਟਰ ਦੂਰ ਬਾਰਡਰ ਹੈ ਸਾਰੇ ਕਿਤੇ, ਉੱਥੇ ਜਾ ਕੇ ਸਿੱਧਾ ਪਾਰ ਕਰਕੇ ਆਪਣਾ ਸਮਾਨ ਵੇਚ ਸਕਣ। ਪਾਕਿਸਤਾਨ ਦਾ ਸੀਮੈਂਟ ਸਸਤਾ ਤੇ ਵਧੀਆ ਹੈ। ਉੱਥੋਂ ਜਦ ਸੀਮੈਂਟ ਆਉਂਦਾ ਸੀ 250 ਰੁਪਏ ਦਾ ਥੈਲਾ ਹੁੰਦਾ ਸੀਗਾ, ਅੱਜ 400 ਦਾ ਹੋਇਆ। ਕਿਹੜਾ ਗਰੀਬ ਮਕਾਨ ਬਣਾ ਲੂਗਾ? ਸੋ ਇਹ ਵਪਾਰ ਦੀ ਗੱਲ ਨਹੀਂ ਕਰ ਰਹੇ ਹੈਗੇ, ਇਹ ਨਿਊਕਲੀਅਰ ਵੈਪਨਸ ਨੂੰ ਘਟਾਉਣ ਦੀ ਗੱਲ ਨਹੀਂ ਕਰ ਰਹੇ ਹੈਗੇ, ਇਹ ਨਿਊਕਲੀਅਰ ਵੈਪਨਸ ਨੂੰ ਬੈਨ ਕਰਨ ਦੀ ਗੱਲ ਨਹੀਂ ਕਰ ਰਹੇ ਹੈਗੇ। ਇਹ ਸਗੋਂ ਇੱਕ ਦੂਜੇ ਤੇ ਇਲਜ਼ਾਮ ਲਾ ਕੇ ਲੜਨ ਦੀ ਗੱਲ ਕਰਦੇ ਆ। ਬੜੀ ਅਹਿਮ ਚੀਜ਼ ਹੈ, ਜਾਪਾਨ ਨੇ ਇਹ ਚੀਜ਼ ਹੰਢਾਈ ਹੋਈ ਹੈ। ਜਿਸ ਤਰੀਕੇ ਨਾਲ ਉੱਥੇ ਨਿਊਕਲੀਅਰ ਅਟੈਕ ਹੋਇਆ, ਉਸ ਤੋਂ ਬਾਅਦ ਪੁਸ਼ਤਾਂ ਉਹਨਾਂ ਦੀਆਂ ਉਸ ਦੇ ਵਿੱਚ ਹੱਲੇ ਵੀ, ਕਿਉਂਕਿ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਊਣਤਾਈ ਪਾਈ ਜਾ ਰਹੀ ਆ। ਪੰਜਾਬ ਦਾ ਨੁਕਸਾਨ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜੇ ਇਦਾਂ ਦੇ ਹਾਲਾਤ ਬਣਦੇ ਨੇ? ਕਿਉਂਕਿ ਚਾਹੇ ਇੱਧਰਲੇ ਲਹਿੰਦੇ ਪੰਜਾਬ ਦੀ ਗੱਲ ਕਰ ਲਈਏ, ਚਾਹੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ, ਕਿਤੇ ਵੀ ਇੱਕ ਅੱਧਾ ਬੰਬ ਡਿੱਗ ਗਿਆ ਤਾਂ ਮੈਨੂੰ ਲੱਗਦਾ ਕਿ ਦੋਹਾਂ ਪੰਜਾਬਾਂ ਦਾ ਨੁਕਸਾਨ ਹੈਗਾ। ਤੇ ਹਰੇਕ ਵਾਰ ਜਦੋਂ ਜੰਗ ਦੇ ਹਾਲਾਤ ਬਣਦੇ ਨੇ, ਪੰਜਾਬ ਵਾਲਿਆਂ ਨੂੰ ਪਿੱਛੇ ਆਉਣਾ ਪੈਂਦਾ ਬਾਰਡਰਾਂ ਤੋਂ। ਲੱਗਦਾ ਕਿ ਪੰਜਾਬ ਦੇ ਲਈ ਦੋਹਾਂ ਪਾਸਿਓਂ ਮਾਰ ਹੈ ਇਸ ਵੇਲੇ। ਬਿਲਕੁਲ ਸਹੀ। ਚਾਹੇ ਪਾਕਿਸਤਾਨ ਟੈਕਟੀਕਲ ਵੈਪਨ ਸੁੱਟੇ, ਉਹ ਵੀ ਪੰਜਾਬ ਦੇ ਵਿੱਚ ਹੀ ਹੋਣਾ ਹੈ। ਚਾਹੇ ਇੰਡੀਆ ਜਾਂ ਪਾਕਿਸਤਾਨ ਇੱਕ ਦੂਜੇ ਦੇ ਉੱਤੇ ਵੱਡੇ ਬੰਬ ਸੁੱਟਣ, ਉਹਦਾ ਵੀ ਹਵਾ ਰਾਹੀਂ, ਵੈਸਟਰਨ ਡਿਸਟਰਬੈਂਸਿਸ ਰਾਹੀਂ, ਮੌਨਸੂਨ ਦੀਆਂ ਹਵਾਵਾਂ ਰਾਹੀਂ ਇੱਥੇ ਆ ਕੇ ਪ੍ਰਦੂਸ਼ਣ ਸਾਰਾ ਡਿੱਗਣਾ ਹੈ।
ਇਹ ਰੇਡੀਏਟਿਵ ਮਟੀਰੀਅਲ ਜਦ ਸਾਡੇ ਜੈਨੇਟਿਕਸ 'ਚ ਪਾਇਆ ਜਾਂਦਾ ਹੈ, ਉਹਦੇ ਵਿੱਚ ਜੈਨੇਟਿਕਸ ਦੀ ਤਬਦੀਲੀ ਹੋ ਜਾਂਦੀ ਹੈ, ਜਿਸ ਨਾਲ ਜੰਮਪਲ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਅੱਖ ਨਹੀਂ, ਇਹੋ ਜਿਹੇ ਨੁਕਸ ਸਾਡੇ ਬਣਤਰ 'ਚ ਹੋ ਜਾਂਦੇ ਹੈਗੇ ਆ। ਸੋ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈਗਾ। ਇਹਦੀ ਥਾਂ ਜੇ ਆਪਾਂ ਮਾਹੌਲ ਇਹੋ ਜਿਹਾ ਪੈਦਾ ਕਰੀਏ, ਤੁਸੀਂ ਅੱਜ ਦੁਬਈ ਚਲੇ ਜਾਓ, ਇੰਗਲੈਂਡ ਚਲੇ ਜਾਓ, ਅਮਰੀਕਾ ਚਲੇ ਜਾਓ, ਉੱਤਰਦੇ ਸਾਰ ਤੁਹਾਨੂੰ ਉੱਥੇ ਕੋਈ ਪਾਕਿਸਤਾਨੀ ਨਾਲ ਨਫ਼ਰਤ ਹੀ ਨਹੀਂ ਹੁੰਦੀ। ਗਲੇ ਲਾ ਕੇ ਮਿਲਦੇ ਆ, ਤੁਹਾਨੂੰ ਚੰਗੀ ਤੁਹਾਡੀ ਜ਼ੁਬਾਨ 'ਚ ਗੱਲ ਕਰ ਸਕਦੇ ਹੈਗੇ ਆ, ਤੇ ਉੱਥੇ ਪਿਆਰ ਨਾਲ ਆਪਾਂ ਰਹੀਦਾ। ਇੱਥੇ ਕਿਉਂਕਿ ਮੁਤਸ਼ਬੀ ਸੋਚ ਹਾਵੀ ਹੈ, ਹਮੇਸ਼ਾ ਜੰਗ ਦਾ ਹੀ ਮਾਹੌਲ ਬਣਿਆ ਰਹਿੰਦਾ ਹੈ। ਇੱਥੇ ਸਾਨੂੰ ਵਾਧਾ ਚਾਹੀਦਾ ਹੈ, ਸਾਨੂੰ ਵਪਾਰ ਚਾਹੀਦਾ ਹੈ, ਖੁਸ਼ਹਾਲਤਾ ਚਾਹੀਦੀ ਹੈ। ਆਖਰੀ ਸਵਾਲ, ਜਿਸ ਤਰੀਕੇ ਨਾਲ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿ ਚਾਹੇ ਸਿਮਰਨਜੀਤ ਸਿੰਘ ਮਾਨ ਹੋ ਗਏ, ਚਾਹੇ ਇਮਾਨ ਸਿੰਘ ਮਾਨ ਹੋ ਗਏ, ਇਦਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਜਿਹੜੀ ਦੇ ਨਾਲ ਉਹ ਚਰਚਾ ਦਾ ਵਿਸ਼ਾ ਬਣੇ ਰਹਿਣ। ਜਿਹੜੀ ਭਗਤ ਸਿੰਘ ਵਾਲੀ ਟਿੱਪਣੀ ਆ ਉਹਨੂੰ ਲੈ ਕੇ ਵੀ ਇਹੀ ਸਵਾਲ ਕਹਿੰਦੇ ਕਿ ਜਾਣਬੁੱਝ ਕੇ ਕੀਤੀ ਜਾ ਰਹੀ ਕਿ ਲੋਕਾਂ ਦੀ ਅਟਰੈਕਸ਼ਨ ਆਪਣੇ ਵੱਲ ਕੀਤੀ ਜਾਵੇ। ਇਸੇ ਤਰੀਕੇ ਨਾਲ ਹੋਰ ਜਿਹੜੀਆਂ ਟਿੱਪਣੀਆਂ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਲੈ ਕੇ ਵੀ ਸਵਾਲ ਵੱਡੇ ਪੱਧਰ ਤੇ ਉੱਠ ਰਹੇ। ਸੱਚ ਹੈ ਇਹਦੇ ਵਿੱਚ ਕਿ ਟਿੱਪਣੀਆਂ ਇਸ ਕਰਕੇ ਕੀਤੀਆਂ ਜਾ ਰਹੀਆਂ ਕਿ ਤੁਸੀਂ ਚਰਚਾ ਦਾ ਵਿਸ਼ਾ ਰਹੋ? ਮੇਰਾ ਖਿਆਲ ਹੈ ਅਸੀਂ ਤਾਂ ਕਰਨੀ ਨੇ, ਸਾਡਾ ਤਾਂ ਪੰਜਾਬ ਦੇ ਖੁਸ਼ਹਾਲਤਾ ਤੇ ਪੰਜਾਬ ਦੇ ਵਾਧੇ ਵਾਸਤੇ ਅਸੀਂ ਮੁੱਦੇ ਚੱਕ ਰਹੇ ਹਾਂ। ਔਰ ਅੱਜ ਦਾ ਜਿਹੜੀ ਮੁੱਦਾ ਹੈ, ਉਹ ਜਿਹੜਾ ਸਾਡਾ ਫੋਰਨ ਮਿਨਿਸਟਰ ਹੈ, ਉਹ ਅਮਰੀਕਾ ਜਾ ਕੇ ਹੋਰ ਦੇਸ਼ਾਂ ਨਾਲ ਉਰੇ ਪਰਮਾਣੂ ਜੰਗ ਦਾ ਖਤਰਾ ਘਟਾਉਣ ਦੀ ਥਾਂ, ਉਹ ਨਿਊਕਲੀਅਰ ਬੰਬ ਘਟਾਉਣ ਦੀ ਥਾਂ, ਨਿਊਕਲੀਅਰ ਬੰਬ ਨੂੰ ਖਤਮ ਕਰਨ ਦੀ ਥਾਂ ਧਿਆਨ ਦੇ ਰਿਹਾ ਕਿ ਹਾਂ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਪਰ ਉਹਦੇ ਉੱਤੇ ਕਿੰਨਾ ਖਤਰਾ ਹੈ ਇਹ ਸਾਨੂੰ ਦਿਖਦਾ ਨਹੀਂ। ਸਾਨੂੰ ਤਾਂ ਜਿਹੜੇ ਸਟੇਟ ਐਕਟਰਸ ਹੈ ਉਹਨਾਂ ਦਾ ਖਤਰਾ ਦਿਖਦਾ। ਬੜੀ ਚਿੰਤਾ ਦੀ ਗੱਲ ਹੈ, ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹੋ, ਪੰਜਾਬ ਦੀ ਜ਼ਮੀਨ ਨੂੰ ਉਪਜਾਊ ਰੱਖਣ ਦੀ ਗੱਲ ਕਰ ਰਹੇ ਹੋ ਕਿ ਇਦਾਂ ਦਾ ਅਟੈਕ ਹੋ ਜਾਣ ਤਾਂ ਉਹਦੇ ਨਾਲ ਨੁਕਸਾਨ ਹੋਊਗਾ, ਪੰਜਾਬ ਦੀ ਜ਼ਮੀਨ ਜ਼ਰਖੀਜ਼ ਜਿਹੜੀ ਹੈਗੀ ਨੁਕਸਾਨ ਹੋ ਜਾਊਗਾ ਉਹਦਾ। ਪਰ ਦੂਜੇ ਪਾਸੇ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਕਿ 125 ਏਕੜ ਜ਼ਮੀਨ ਨੱਪੀ ਪਈ ਹੈ ਤੁਸੀਂ ਪੰਜਾਬ ਦੀ। ਉਹ ਇਲਜ਼ਾਮ ਜਦੋਂ ਲੱਗਦੇ ਨੇ ਇਦਾਂ ਦੇ, ਇਹਨਾਂ ਇਲਜ਼ਾਮਾਂ ਦਾ ਕਿਸ ਤਰੀਕੇ ਨਾਲ ਤੁਸੀਂ ਜਵਾਬ ਦਿੰਦੇ? ਇਹਦੇ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੇ ਆ, ਇਹਦੇ ਜਵਾਬ ਵੀ ਦੇਤੇ ਹੈਗੇ ਆ, ਪਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਜ਼ਮੀਨ ਨੂੰ ਜਿਹੜਾ ਅਸਲ ਖਤਰਾ ਹੈ ਉਹ ਪਰਮਾਣੂ ਸ਼ਸਤਰਾਂ ਦਾ ਹੈਗਾ, ਜਿਹੜਾ ਰੇਡੀਏਸ਼ਨ ਕਰਕੇ ਸਾਡੀ ਜ਼ਮੀਨਾਂ ਬਿਲਕੁਲ ਬਰਬਾਦ ਕਰ ਦੇਣਗੀਆਂ। ਇੱਥੇ ਰਹਿਣ ਦਾ ਮਾਹੌਲ ਨਹੀਂ ਹੋਣਾ। ਬੰਬ ਦੇ ਵਿਸਫੋਟ ਨਾਲ ਜਿਹੜੀ ਖੇਤੀਬਾੜੀ ਨੂੰ ਨੁਕਸਾਨ ਹੋਣਾ ਹੈ, ਉੱਤੇ ਲੇਅਰ ਜਿਹੜਾ ਸੂਰਜ ਦੀਆਂ ਕਿਰਨਾਂ ਰੋਕ ਦਿੰਦਾ ਹੈ, ਉਹਦਾ ਅਸਰ ਪੈ ਜਾਣਾ ਹੈਗਾ। ਤੇ ਇਹਦੇ 1% ਵੀ ਜੇ ਸਾਰੇ ਜਹਾਨ ਦੇ ਬੰਬ ਚੱਲ ਪਏ ਤਾਂ ਗਲੋਬਲ ਫੈਮਿਨ ਇੱਥੇ ਆ ਜਾਊਗਾ, ਜਿਹਦੇ ਨਾਲ ਸਾਰੇ ਆਬਾਦੀ ਦਾ ਇਹ ਹੈਗਾ। ਸੋ ਮੇਰੇ ਹਿਸਾਬ ਨਾਲ ਅਸਲ ਮੁੱਦਾ ਇਹ ਹੈ। ਅੱਜ ਆਖਰੀ ਸਵਾਲ, ਤੁਸੀਂ ਏਡੀਸੀ ਦਫ਼ਤਰ, ਡੀਸੀ ਦਫ਼ਤਰ ਬਾਹਰ ਬੈਠੇ ਸੀਗੇ, ਵਿਰੋਧ ਕੀਤਾ ਸੀਗਾ, ਉਹ ਮਾਨ ਸਾਹਿਬ ਗਏ ਹੋਏ ਸੀਗੇ। ਇਹ ਜਿਹੜੀਆਂ ਖਬਰਾਂ ਆ ਰਹੀਆਂ ਕਿ ਏਡੀਸੀ ਤੱਕ ਪਹੁੰਚ ਕੀਤੀ ਹੈ, ਜ਼ਮੀਨਾਂ ਵਾਲੇ ਮਾਮਲੇ ਦੇ ਵਿੱਚ ਵੀ ਤੁਸੀਂ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਕਹਿੰਦੇ ਛੁੱਟੀ ਤੇ ਚਲੇ ਗਏ ਨੇ, ਚਰਚਾਵਾਂ ਹੋਰ ਪਾਸੇ ਨੂੰ ਚੱਲ ਰਹੀਆਂ ਨੇ, ਤੁਹਾਡੇ ਤੋਂ ਤੁਸੀਂ ਆਪਣੇ ਵੱਲੋਂ ਪ੍ਰੂਫ ਵੀ ਦੇ ਰਹੇ ਨੇ, ਕੋਈ ਕਾਨੂੰਨੀ ਰਾਹ ਵੀ ਅਪਣਾ ਰਹੇ ਹੋ? ਮੈਂ ਨਹੀਂ ਗਿਆ ਹੈਗਾ, ਤੁਹਾਨੂੰ ਗਲਤ ਕਿਸੇ ਨੇ ਇਤਲਾਹ ਦਿੱਤੀ ਹੈਗੀ ਹੈ। ਸਾਡਾ ਫੋਕਸ ਅੱਜ ਨਿਊਕਲੀਅਰ ਇਸ਼ੂਜ਼ ਤੇ ਹੈਗਾ, ਜੋ ਕਿ ਪੂਰੇ ਪੰਜਾਬ ਲਈ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ, ਜਿਹੜਾ ਸਾਡਾ ਵਪਾਰ ਰੋਕ ਰਿਹਾ ਹੈਗਾ। ਇਹ ਮਤਸ਼ਵੀ ਸੋਚ, ਸਾਡੀ ਸੋਚ ਇਹ ਹੈ ਕਿ ਖੁਸ਼ਹਾਲਤਾ ਇੱਥੇ ਤਾਂ ਹੋਊਗੀ ਜੇ ਆਪਣਾ ਇਕਨੋਮਿਕ ਵਾਧਾ ਹੋਊਗਾ। ਸੋ ਇਹ ਸਨ ਇਮਾਨ ਸਿੰਘ ਮਾਨ, ਬੜੇ ਬੇਬਾਕੀ ਦੇ ਨਾਲ ਬੜੇ ਅਹਿਮ ਮਸਲੇ ਤੇ ਚਰਚਾ ਕੀਤੀ ਹੈ। ਕਹਿੰਦੇ ਕਿ ਜਿਹੜਾ ਨਿਊਕਲੀਅਰ ਬੰਬ ਦਾ ਅਟੈਕ ਦਾ ਇੱਕ ਇਸ ਵੇਲੇ ਮਾਹੌਲ ਜਿਹਾ ਬਣਿਆ ਹੋਇਆ, ਜਾਂ ਜਿਸ ਤਰੀਕੇ ਨਾਲ ਬਿੱਲਾਂ ਤੇ ਚਰਚਾ ਹੋ ਰਹੀ ਹੈ, ਬੜਾ ਖਤਰਨਾਕ ਮਾਹੌਲ ਹੈ ਪੰਜਾਬ ਲਈ। ਖਾਸ ਕਰਕੇ ਜੇ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਪੰਜਾਬ ਦੇ ਲਈ ਵੱਡੀਆਂ ਸਮੱਸਿਆਵਾਂ, ਵੱਡੀਆਂ ਚਿੰਤਾਵਾਂ ਜਿਹੜੀਆਂ ਨੇ ਪੈਦਾ ਹੋ ਸਕਦੀਆਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।